सोनिहाल। सत श्री अकाल दोस्तों, प्रोग्राम गुंजा सिख फिर से तुहाडा स्वागत है। दिल्ली सिख गुरुद्वारा प्रबंधक कमेटी वालों गुरुद्वारा दमदमा साहब विखे होले महल्ले में समर्पित गुरमत समागम करवाए गए, जिस दौरान पंथ प्रसिद्ध रागी जत्थे ने आईਆਂ संगतां ਨੂੰ इलाही बाणी नाल जोड़िया। दिल्ली सिख गुरुद्वारा प्रबंधक कमेटी वालों गुरुद्वारा दमदमा साहिब विखे होला महला ਨੂੰ समर्पित विशेष गुरमत समागम करवाए गए, जिस दौरान पंथ प्रसिद्ध कीर्तनी जत्थियां ने संगतां ਨੂੰ हर जस नाल निहाल कीता। इस मौके दिल्ली सिख गुरुद्वारा प्रबंधक कमेटी की धर्म प्रचार कमेटी के चेयरमैन जतिंद्रपाल सिंह गोल्डी ने शमूलियत की और संगतां ਨੂੰ होले महल्ले की बधाई दी। ਅੱਜ ਦਾ ਹੋਲੇ ਮਹੱਲੇ ਦਾ ਪਰਵ ਜਿਹੜਾ ਕਿ ਅਸੀਂ ਹਰ ਸਾਲ ਵੱਡੇ ਪੰਡਾਲ 'ਚ ਮਨਾਉਂਦੇ ਰਹੇ ਹਾਂ, ਪਰ ਕਰੋਨਾ ਦੀ ਸੈਕਸ਼ਨ ਕਰਕੇ ਜੋ ਮਹਾਮਾਰੀ ਵੱਧ ਰਹੀ ਹੈ ਉਹਦੇ ਕਰਕੇ ਸਾਨੂੰ ਇਹ ਪ੍ਰੋਗਰਾਮ ਅਸੀਂ ਅੰਦਰ ਛੋਟੇ ਪੱਧਰ 'ਤੇ ਮਨਾ ਰਹੇ ਹਾਂ। ਪਰ ਹੋਲਾ ਮਹੱਲਾ ਉਹ ਪਰਵ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਅਨੰਦਪੁਰ ਸਾਹਿਬ ਵਿਖੇ, ਕਿਉਂਕਿ ਅੱਜ ਜੋ ਕੁਰਤੀਆਂ ਹਨ ਸਾਡੇ ਬੱਚੇ ਕਿਤੇ ਜਿਹੜੇ ਭੈੜੇ ਰੰਗਾਂ ਵੱਲ ਤੁਰਦੇ ਹਨ, ਭੈੜੀ ਸੰਗਤਾਂ ਵੱਲ ਤੁਰਦੇ ਹਨ, ਉਹਨਾਂ ਨੂੰ ਬਚਾਉਣ ਵਾਸਤੇ ਉਹਨਾਂ ਨੇ ਹੋਲੇ ਮਹੱਲੇ ਸਾਨੂੰ ਪ੍ਰਭ ਦਿੱਤਾ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸ਼ਸਤਰ ਵਿਧਾਂ ਨਾਲ ਜੋੜ ਕੇ ਆਪਣੇ ਵਿਰਸੇ ਨਾਲ ਜੋੜ ਕੇ ਰੱਖੀਏ। ਜਿਹੜਾ ਰੰਗ ਹੈ ਹੋਲੇ ਦਾ ਮਹੱਲੇ ਦਾ, ਸੱਚ ਜਾਣਨਾ ਕਰੀਏ ਰੰਗ ਗੁਰੂ ਦਾ ਸਾਡੇ ਉੱਤੇ ਚੜ੍ਹ ਜਾਵੇ ਤਾਂ ਕਿ ਸਾਡਾ ਜੀਵਨ 'ਚ ਆਇਆ ਸਫਲ ਹੋ ਸਕੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਵੱਲੋਂ ਫਿਰ ਵੀ ਇਹ ਹੋਲੇ ਮਹੱਲੇ ਦਾ ਪਰਵ ਅੱਜ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਮਨਾ ਰਹੀ ਹੈ ਔਰ ਸਾਰੀਆਂ ਸੰਗਤਾਂ ਹੁਮ ਅੱਗੇ ਪਹੁੰਚ ਰਹੀਆਂ। ਦੇਖੋ ਅਸੀਂ ਅਰਦਾਸ ਕਰ ਰਹੇ ਹਾਂ ਕਿ ਅੱਗੇ ਵੀ ਹਮੇਸ਼ਾ ਕਰ ਰਹੇ ਹਾਂ, ਹੁਣ ਵੀ ਅਰਦਾਸ ਹੈ ਕਿ ਮਹਾਰਾਜ ਇਸ ਕੋਰੋਨਾ ਮਹਾਮਾਰੀ ਨੂੰ ਸਾਰਿਆਂ ਤੋਂ ਨਿਜਾਤ ਦਿਵਾਨ, ਉਹ ਜਿਹੜਾ ਗੁਰੂ ਦਾ ਰੰਗ ਸਾਡੇ ਚੜ੍ਹ ਜਾਵੇ, ਇੱਕ ਮਹਾਮਾਰੀਆਂ ਬਿਮਾਰੀਆਂ ਸਾਰੀ ਦੁਨੀਆ ਤੋਂ ਸਾਰਿਆਂ ਤੋਂ ਨਿਜਾਤ ਮਿਲੇ। बीते दिन दिल्ली सिख गुरुद्वारा प्रबंधक कमेटी वालों गुरुद्वारा शीशगंज साहब विखे गुरमत समागम करवाए गए, जिस दौरान दिल्ली सिख गुरुद्वारा प्रबंधक कमेटी के प्रधान मनजिंदर सिंह सिरसा और जनरल सकत्तर हमीद सिंह कालका ने गुरुद्वारा शीशगंज साहब विखे नवीं तैयार की रसोई ते लंगर हाल का उद्घाटन किया। इस मौके पंथ प्रसिद्ध रागी जत्थे ने आईਆਂ ਸੰਗਤਾਂ ਨੂੰ ਇਲਾही ਬਾਣੀ ਨਾਲ ਜੋੜਿਆ। गुरुद्वारा सीसगंज साहिब विखे नवे लंगर हाल ते रसोई संगतां ਨੂੰ समर्पित की गई। इस मौके विशेष गुरमत समागम करवाया गया। बाबा बचन सिंह जी कार सेवा वालिਆਂ ਵੱਲੋਂ गुरुद्वारा सीसगंज साहिब 'ਚ रसोई ਅਤੇ ਲੰਗਰ ਹਾਲ ਤਿਆਰ ਕੀਤਾ ਗਿਆ। ਅਤਿਆਧੁਨਿਕ ਮਸ਼ੀਨਰੀ ਨਾਲ ਲੈਸ ਇਸ ਰਸੋਈ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਲਈ ਲੰਗਰ ਥੋੜੇ ਸਮੇਂ ਵਿੱਚ ਤਿਆਰ ਕੀਤਾ ਜਾ ਸਕਦਾ ਹੈ। ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸੰਗਤਾਂ ਨੂੰ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ। ਨਾਮ ਜਪਵੇ ਸੁਖ ਤੇਰਾ ਦਿੱਤਾ ਲਈਏ, ਸੁਖ ਤੇਰਾ ਦਿੱਤਾ ਲਈਏ। ਸਿਮਰ 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 ਨਾਮ ਜੀਵਾ, ਤਨ ਮਨ ਹੋਏ ਨਿਹਾਲਾ, ਤਨ ਮਨ ਹੋਏ ਨਿਹਾਲਾ, ਤਨ ਮਨ ਹੋਏ ਨਿਹਾਲਾ, ਤਨ ਮਨ ਹੋਏ ਨਿਹਾਲਾ। ਚਰਨ ਕਮਲ ਤੇਰੇ ਧੋਏ ਧੋਏ ਪੀਵਾ, ਮੇਰੇ ਸਤਿਗੁਰ ਦੀਨ ਦਇਆਲ। चरण कमल तेरे कोहे कोहे पीवा, मेरे सतगुर दीन दयाल, मेरे सतगुर दीन दयाला, मेरे
ਮੇਰੇ ਸਤਿਗੁਰ ਦੀਨ ਦਇਆਲਾ, ਮੇਰੇ ਸਤਿਗੁਰ ਦੀਨ ਦਇਆਲਾ, ਮੇਰੇ ਸਤਿਗੁਰ ਦੀਨ ਦਇਆਲਾ। ਅੱਜ ਦਾ ਇਹ ਵਿਸ਼ੇਸ਼ ਸਮਾਗਮ ਕੇਵਲ ਦੋ ਕਾਰਨਾਂ ਤੋਂ ਆ। ਇੱਕ, ਜੋ ਮਹਾਨ ਸੇਵਾ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਮਹਾਨ ਦਰ ਘਰ ਦੀ ਇਸ ਮਹਾਨ ਸੇਵਾ ਨੂੰ ਸੰਤ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਨਿਭਾਇਆ, ਉਸ ਮਹਾਨ ਸੇਵਾ ਦੀ ਵਾਸਤੇ ਅੱਜ ਇਹ ਸਮਾਗਮ ਰਚਾਇਆ ਗਿਆ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ। ਅੱਜ ਸਤਿਗੁਰਾਂ ਦੀ ਅਪਾਰ ਕਿਰਪਾ, ਜਿਹੜਾ ਨੌਵੇਂ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਦੇ ਉੱਤੇ ਅਸੀਂ ਸਾਰੇ ਇਕੱਠੇ ਹੋਏ ਹਾਂ, ਔਰ ਜਿੱਥੇ ਅੱਜ ਸੰਗਤੀ ਰੂਪ ਦੇ ਵਿੱਚ ਅਰਦਾਸ ਕਰਨੀ ਹੈ, ਕਿਉਂਕਿ ਬਹੁਤ ਮਹਾਨ ਸੇਵਾ ਬਹੁਤ ਹੀ ਸਤਿਕਾਰਯੋਗ ਬਾਬਾ ਬਚਨ ਜੀ ਔਰ ਉਹਨਾਂ ਦੇ ਸਹਿਯੋਗੀ ਸਾਥੀਆਂ ਵੱਲੋਂ ਜਿਹੜੀ ਇਸ ਸਥਾਨ ਤੇ ਕੀਤੀ ਗਈ, ਇਸ ਥੜਾ ਸਾਹਿਬ ਦੀ ਅੱਜ ਅਰਦਾਸ ਕਰਨੀ ਹੈ, ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਦਾ ਸੁੰਦੀਕਰਨ ਕੀਤਾ ਗਿਆ। ਗੁਰਦੁਆਰਾ ਸਾਹਿਬ ਦਾ ਜਿਹੜਾ ਸੁਖਾਸਨ ਸਥਾਨ ਹੈ ਉਹਦਾ ਵੀ ਸੁੰਦੀਕਰਨ ਤੁਹਾਡੇ ਸਾਹਮਣੇ ਹੋਇਆ, ਔਰ ਜਿਹੜਾ ਇੱਥੇ ਦਾ ਲੰਗਰ ਹਾਲ ਹੈ, ਮੈਂ ਸਮਝਦਾ ਕਿ ਦੁਨੀਆ ਦੇ ਵਿੱਚ ਬਹੁਤ ਵਧੀਆ ਕਿਚਨਾਂ ਹੋਣਗੀਆਂ ਜਿੱਥੇ ਲੋਕਾਂ ਦੇ ਖਾਣੇ ਬੰਦੇ ਹੋਣਗੇ, ਮਗਰ ਜਿਹੜੀ ਕਮਿਊਨਿਟੀ ਕਿਚਨ ਜਿਹਨੂੰ ਕਹਿ ਸਕਦੇ ਹਾਂ, ਜਿੱਥੇ ਲੰਗਰ ਬੰਦਾ ਹੋਏ, ਐਸਾ ਸੁੰਦਰ ਲੰਗਰ ਹਾਲ ਔਰ ਉਹਦੀ ਕਿਚਨ ਸ਼ਾਇਦ ਇਸੇ ਕੌਮ ਦੇ ਹੀ ਝੋਲੇ ਦੇ ਵਿੱਚ ਪਈ ਹੈ, ਜਿੱਥੇ ਅੱਜ ਤੋਂ ਕੁਝ ਸਮਾਂ ਪਹਿਲਾਂ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਜਿਹੜੀ ਆਟੋਮੈਟਿਕ ਮਸ਼ੀਨਾਂ ਲਾ ਕੇ ਜਿਹਦਾ ਨਵੀਨੀਕਰਨ ਕੀਤਾ ਸੀ, ਅੱਜ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਵੀ ਅੱਜ ਇਹ ਨਵਾਂ ਲੰਗਰ ਹਾਲ ਔਰ ਉੱਥੇ ਜਿਹੜੀਆਂ ਟੋਟਲ ਆਟੋਮੈਟਿਕ ਮਸ਼ੀਨਾਂ ਲੱਗੀਆਂ ਅੱਜ ਸੰਗਤਾਂ ਦੇ ਲਈ ਇੱਥੇ ਖੋਲ੍ਹਿਆ ਜਾ ਰਿਹਾ। ਮੈਂ ਸਮੁੱਚੀ ਸੰਗਤ ਨੂੰ ਜਿੱਥੇ ਵਧਾਈ ਦਿੰਦਾ, ਔਰ ਇਹ ਜਿਹੜੇ ਅੱਜ ਇਸ ਸਥਾਨ ਦੀ ਸੇਵਾ ਹੋਈ ਹੈ, ਮੈਂ ਖਾਸ ਤੌਰ ਤੇ ਵਧਾਈ ਦਿੰਦਾ ਇਸ ਗੁਰਦੁਆਰਾ ਸੀਸਗੰਜ ਸਾਹਿਬ ਦੀ ਸਮੁੱਚੀ ਸੰਗਤ ਦਾ, ਸ਼ਬਦ ਚੌਕੀ ਜਥੇ ਦਾ, ਔਰ ਸਾਡੇ ਇਸ ਇਲਾਕੇ ਤੋਂ ਮੈਂਬਰ ਸਰਦਾਰ ਅਮਰਜੀਤ ਸਿੰਘ ਜੀ ਪਿੰਕੀ ਔਰ ਉਹਨਾਂ ਦੇ ਬੇਟੇ ਪੌਲ ਦਾ, ਜਿਨ੍ਹਾਂ ਨੇ ਦਿਨ ਰਾਤ ਦੀ ਸੇਵਾ ਦੇ ਵਿੱਚ ਆਪਣਾ ਸਹਿਯੋਗ ਪਾਇਆ। ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 26 ਜਨਵਰੀ ਤੇ ਇਸ ਮਗਰੋਂ ਕਿਸਾਨ ਸੰਘਰਸ਼ ਦੌਰਾਨ ਕੀਤੇ ਗਏ ਕਿਸਾਨਾਂ ਦੀ ਰਿਹਾਈ ਤੋਂ ਬਾਅਦ ਲਾਲ ਕਿਲ੍ਹੇ ਦੇ ਸਾਹਮਣੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਨਮਾਨ ਕੀਤਾ ਗਿਆ। ਸ਼ਾਮ ਵੇਲੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਇਹਨਾਂ ਕਿਸਾਨਾਂ ਦੇ ਕੇਸ ਲੜਨ ਵਾਲੇ ਵਕੀਲਾਂ ਦਾ ਵੀ ਸਨਮਾਨ ਕੀਤਾ ਗਿਆ। ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਇਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 26 ਜਨਵਰੀ ਤੇ ਇਸ ਮਗਰੋਂ ਕਿਸਾਨ ਸੰਘਰਸ਼ ਦੌਰਾਨ ਗ੍ਰਿਫਤਾਰ ਕੀਤੇ ਗਏ ਤੇ ਇਸ ਉਪਰੰਤ ਦਿੱਲੀ ਕਮੇਟੀ ਵੱਲੋਂ ਰਿਹਾ ਕਰਵਾਏ ਗਏ ਕਿਸਾਨਾਂ ਦਾ ਲਾਲ ਕਿਲ੍ਹੇ ਦੇ ਸਾਹਮਣੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਨਮਾਨ ਕੀਤਾ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਵੀਰਾਂ ਨਾਲ ਨਾ ਖੜੇ ਹੋਈਏ ਤਾਂ ਸਾਨੂੰ ਭਵਿੱਖੀ ਪੀੜ੍ਹੀ ਗੁਨਾਹਗਾਰ ਕਰਾਰ ਦੇਵੇਗੀ। ਉਹਨਾਂ ਕਿਹਾ ਕਿ ਜੇਕਰ ਬਿਨਾਂ ਕਾਰਨ ਤੇ ਬੇਕਸੂਰ ਗ੍ਰਿਫਤਾਰ ਕੀਤੇ ਗਏ ਇਹਨਾਂ ਕਿਸਾਨਾਂ ਨੂੰ ਵੱਖਵਾਦੀ ਕਿਹਾ ਜਾਵੇਗਾ ਤਾਂ ਫਿਰ ਕੱਲ ਅਜਿਹਾ ਵਕਤ ਆਵੇਗਾ ਜਦੋਂ ਸਰਕਾਰ ਨਾਲ ਜੁੜੇ ਲੋਕ ਸਾਡੇ ਦੁਆਲੇ ਹੋ ਜਾਣਗੇ। ਇਸ ਮੌਕੇ ਤਿਹਾੜ ਜੇਲ੍ਹ ਵਿੱਚੋਂ ਰਿਹਾ ਹੋਏ ਨੌਜਵਾਨ ਰਣਜੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਅੱਜ ਮੇਰੇ ਮਾਲਕ ਦੀ ਕਿਰਪਾ ਹੋਈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰਸ ਕੀਤਾ ਆਪਣੇ ਸੇਵਕਾਂ ਤੇ, ਆਪਣੇ ਸਿੱਖਾਂ ਤੇ ਉਹਨਾਂ ਦੇ ਤਰਸ ਕਿਰਪਾ ਸਦਕੇ ਇਹ ਲੋਕ ਜਿਹੜੇ ਕਿਸਾਨੀ ਅੰਦੋਲਨ ਦੇ ਦੌਰਾਨ ਜੇਲ੍ਹਾਂ 'ਚ ਡੱਕ ਦਿੱਤੇ ਗਏ ਸੀ, ਅੱਜ ਉਹਨਾਂ ਸਾਰਿਆਂ ਦਾ ਇੱਥੋਂ ਸਨਮਾਨ ਕੀਤਾ ਜਾ ਰਿਹਾ ਹੈ। ਮੇਰੇ ਖਾਲਸਾ ਜੀ, ਅੱਜ ਸਾਡੇ ਲਈ ਸਾਰਿਆਂ ਲਈ ਬੜਾ ਵਿਸ਼ੇਸ਼ ਦਿਹਾੜਾ ਹੈ, ਕਿਉਂਕਿ ਇੱਕ ਪਾਸੇ ਸਰਕਾਰਾਂ ਸੀ, ਉਹ ਜ਼ਾਲਿਮ ਸਰਕਾਰਾਂ ਜਿਹੜੀਆਂ ਇਹ ਸੰਦੇਸ਼ ਦੇਣਾ ਚਾਹੁੰਦੀਆਂ ਸੀ ਕਿ 26 ਜਨਵਰੀ ਦੇ ਨਾਮ ਤੇ ਇਹਨਾਂ ਕਿਸਾਨਾਂ ਨੂੰ ਬਦਨਾਮ ਕੀਤਾ ਜਾਊਗਾ, ਇਹਨਾਂ ਦੀ ਬਦਨਾਮੀ ਦੇ ਨਾਲ ਕਿਸਾਨ ਅੰਦੋਲਨ ਨੂੰ ਖਤਮ ਕੀਤਾ ਜਾਊਗਾ। ਉਹਦੇ ਵਾਸਤੇ ਟੀਵੀ ਚੈਨਲਾਂ ਤੇ ਸਾਡੀ ਦਸਤਾਰ ਦਿਖਾ ਕੇ ਸਾਨੂੰ ਬਾਰ-ਬਾਰ ਦੇਸ਼ ਦਰੋਹੀ, ਦੇਸ਼ ਵਿਰੋਧੀ ਦੱਸਣ ਦੀ ਕੋਸ਼ਿਸ਼ ਕੀਤੀ ਗਈ। ਇੱਕ ਐਸੀ ਸਾਜ਼ਿਸ਼ ਰਚੀ ਗਈ ਜਿਸ ਸਾਜ਼ਿਸ਼ ਦਾ ਕੇਵਲ ਇੱਕ ਕਾਰਨ ਪੜਦਾ ਸੀਗਾ, ਸਰਕਾਰ ਇਹ ਬਰਦਾਸ਼ਤ ਨਹੀਂ ਕਰ ਰਹੀ ਸੀ ਕਿ ਸਾਡੇ ਖਿਲਾਫ ਕਿਸੇ ਨੇ ਬਗਾਵਤ ਖੜੀ ਕਰ ਦਿੱਤੀ ਆ, ਔਰ ਬਗਾਵਤ ਕਾਨੂੰਨਾਂ ਦੇ ਖਿਲਾਫ ਸੀਗੀ। ਕੋਈ ਵੀ ਸਾਡਾ ਕਿਸਾਨ ਵੀਰ, ਕੋਈ ਵੀ ਦੇਸ਼ ਦਾ ਆਦਮੀ ਨਾ ਦੇਸ਼ ਦੇ ਖਿਲਾਫ ਆ, ਨਾ ਦੇਸ਼ ਦੀ ਸਰਕਾਰ ਦੇ, ਬਲਕਿ ਦੇਸ਼ ਦੇ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਆ। ਜਦੋਂ ਸਾਡੇ ਇਹਨਾਂ ਵੀਰਾਂ ਨੂੰ ਸਭ ਨੇ ਡਿਸੋਨ ਕਰ ਦਿੱਤਾ,
ਦਿੱਲੀ ਕਮੇਟੀ ਨੇ ਬਿਆਨ ਦੇ ਕੇ ਕਿਹਾ ਇਹ ਸਾਡੇ ਆਪਣੇ ਵੀਰ ਨੇ, ਇਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ। ਟੀਵੀ ਚੈਨਲਾਂ ਤੇ ਜਾ ਕੇ ਕਿਹਾ, ਅਸੀਂ ਜੇਲ੍ਹ 'ਚ ਜਾ ਕੇ ਮਿਲ ਕੇ ਆਏ ਹਾਂ ਭਾਈ ਰਣਜੀਤ ਸਿੰਘ ਔਰ ਉਹਨਾਂ ਦੇ ਸਾਥੀਆਂ ਨੂੰ, ਜਸਵਿੰਦਰ ਸਿੰਘ ਬੁੱਟਰ, ਸਾਰਿਆਂ ਨੂੰ, ਔਰ ਇਹ ਵਿਸ਼ਵਾਸ ਦਿਵਾ ਕੇ ਆਏ ਹਾਂ ਕਿ ਤੁਹਾਡੀ ਲੜਾਈ ਲੜਾਂਗੇ, ਤੁਹਾਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਵਾਂਗੇ ਔਰ ਦਿੱਲੀ ਦੇ ਸਿੱਖ ਤੁਹਾਡੇ ਨਾਲ ਡਟ ਕੇ ਖੜੇ ਆ। ਇਹ ਤੁਹਾਡੇ ਵੱਲੋਂ ਵਿਸ਼ਵਾਸ ਦਿਵਾ ਕੇ ਆਏ। ਇਹਦਾ ਕੀ ਹੋਇਆ? ਜਦੋਂ ਇਹ ਵਿਸ਼ਵਾਸ ਮਾਵਾਂ ਨੂੰ, ਜਦੋਂ ਇਹ ਵਿਸ਼ਵਾਸ ਪਰਿਵਾਰ ਵਾਲੇ ਨੂੰ ਮਿਲਿਆ, ਪਰਿਵਾਰ ਵਾਲਿਆਂ ਨੇ ਕਿਹਾ ਸਾਡੇ ਬੱਚੇ ਸੁਰੱਖਿਅਤ ਨੇ, ਅਸੀਂ ਬਾਕੀਆਂ ਨੂੰ ਅੰਦੋਲਨ ਚੋਣ ਤੋਂ ਮਨਾ ਕਰਤਾ। ਕਹਿੰਦੇ ਚਿੰਤਾ ਨਾ ਕਰੋ, ਡਟ ਕੇ ਬੈਠੇ ਰਹੋ, ਦਿੱਲੀ ਦੇ ਸਿੱਖ ਤੇ ਦਿੱਲੀ ਕਮੇਟੀ ਤੁਹਾਡੇ ਨਾਲ ਖੜੀ ਹੈ। ਜਦੋਂ ਇਹ ਸੰਦੇਸ਼ ਗਿਆ, ਕੀ ਹੋਇਆ? ਸਰਕਾਰ ਨੂੰ ਇੱਕ ਗੱਲ ਸਮਝ ਆ ਗਈ ਕਿ ਸਰਕਾਰ ਦੇ ਇਸ ਫੈਸਲੇ ਨਾਲ ਜੋ ਅਸੀਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸਿੱਖਾਂ ਨੂੰ, ਅਸੀਂ ਨਾਕਾਮ ਹੋ ਗਏ ਹਾਂ। ਸਰਕਾਰ ਨੇ 3 ਦਿਨ 'ਚ ਆਪਣਾ ਪਲਟਾ ਬਦਲ ਲਿਆ। 3-4 ਦਿਨਾਂ ਬਾਅਦ ਹੀ ਸਰਕਾਰ ਦੇ ਮੰਤਰੀਆਂ ਵੱਲੋਂ ਬਿਆਨ ਆਉਣ ਲੱਗ ਪਏ। ਯਾਦ ਕਰੋ 30 ਤਰੀਕ 1 ਤਰੀਕ ਦੇ ਆਸ-ਪਾਸ ਕੇਂਦਰੀ ਮੰਤਰੀ ਰਾਜਨਾਥ ਜੀ ਦਾ ਬਿਆਨ ਆਉਂਦਾ ਹੈ। ਉਹ ਕਿਉਂ ਬਿਆਨ ਦਿੰਦੇ ਨੇ? ਉਹਨਾਂ ਨੂੰ ਸਮਝ ਆ ਗਿਆ ਕਿ ਦੇਸ਼ ਦੇ ਸਿੱਖ ਇਹਨਾਂ 150 ਲੋਕਾਂ ਦੇ ਨਾਲ ਜਾ ਕੇ ਖੜੇ ਹੋ ਗਏ ਨੇ। ਪਲਟਾ ਉਲਟਾ ਪੈ ਗਿਆ, ਉਲਟਾ ਪੈ ਗਿਆ। ਜੋ ਅਸੀਂ ਸੋਚ ਕੇ ਚੱਲੇ ਸੀ ਉਹ ਗੱਲ ਬਣੀ ਨਹੀਂ, ਸਰਕਾਰ ਮੁੱਦੇ ਪਾਰ ਜਾ ਪਈ। ਫਿਰ ਜਦੋਂ ਸਰਕਾਰ ਨੂੰ ਇਹ ਗੱਲ ਸਮਝ ਆ ਗਈ ਕਿ ਜਿਨ੍ਹਾਂ ਨੂੰ ਜੇਲ੍ਹਾਂ 'ਚ ਅਸੀਂ ਬੰਦ ਕਰਦੇ ਪਏ ਹਾਂ ਉਹਨਾਂ ਨੂੰ ਲੋਕ ਜੇਲ੍ਹਾਂ 'ਚ ਕਢਾਉਣ ਵਾਲੇ ਆ ਗਏ ਨੇ, ਜੇਲ੍ਹਾਂ 'ਚੋਂ ਮੇਰੇ ਨੌਜਵਾਨ ਵੀਰ ਨਿਕਲਣ ਲੱਗ ਪਏ। ਫਿਰ ਸਰਕਾਰ ਨੇ ਕੀ ਪੈਂਤਰਾ ਖੇਡਿਆ? ਫਿਰ ਸਰਕਾਰ ਨੇ ਸਾਡਾ ਇੱਕ ਸਿੱਖ ਆਗੂ ਲਿਆਂਦਾ, ਉਹਦੇ ਤੋਂ ਬਿਆਨ ਦਵਾਇਆ। ਬਿਆਨ ਕੀ ਦਵਾਇਆ? 6000 ਸਿੱਖਾਂ ਦਾ ਫੋਟੋਆਂ ਚਲੇ ਗਈਆਂ ਨੇ ਸਰਕਾਰ ਦੇ ਕੋਲ, ਲਿਸਟ ਚਲੇ ਗਈ ਆ ਨਾਮਾਂ ਦੀ ਸਰਕਾਰ ਦੇ ਕੋਲ। ਹੁਣ ਉਹਨਾਂ 6000 ਬੱਚਿਆਂ ਨੂੰ ਨੌਕਰੀ ਨਹੀਂ ਮਿਲੂਗੀ, ਹੁਣ ਉਹਨਾਂ 6000 ਬੱਚਿਆਂ ਨੂੰ ਪਾਸਪੋਰਟ ਨਹੀਂ ਮਿਲਣਗੇ। ਕਿਉਂ? ਸਰਕਾਰ ਨੇ ਰਸਤਾ ਲੱਭਾ ਵੀ ਜੇ ਕੋਈ ਸਿੱਖ ਬੋਲੂਗਾ ਤੇ ਸਿੱਖ ਡਰ ਜਾਣਗੇ। ਮਾਵਾਂ ਆਪਣੇ ਪੁੱਤਾਂ ਨੂੰ ਸੰਘਰਸ਼ 'ਚ ਨਹੀਂ ਭੇਜਣਗੀਆਂ ਔਰ ਇਹ ਸੰਘਰਸ਼ ਨਾਕਾਮ ਹੋ ਜਾਊਗਾ। ਅਸੀਂ ਡਟ ਕੇ ਫੇਰ ਕਿਹਾ 6000 ਛੱਡੋ, 600 ਛੱਡੋ, 60 ਛੱਡੋ, ਜੇ ਸਾਡੇ ਬੈਠਿਆਂ ਸਾਡੀ ਜਾਣਕਾਰੀ ਚਾਉਣ ਤੋਂ ਬਾਅਦ 6 ਬੱਚੇ ਵੀ ਅੰਦਰ ਹੋ ਜਾਣ ਤੇ ਸਾਨੂੰ ਫੜ ਲਿਓ। ਜੇ ਕਿਸੇ ਦੀ ਹਿੰਮਤ ਨਹੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਔਰ ਦਿੱਲੀ ਦੇ ਸਿੱਖਾਂ ਦੇ ਰਹਿੰਦਿਆਂ ਸਾਡੇ ਬੇਕਸੂਰੇ ਸਿੱਖ ਪਰਿਵਾਰ ਨੂੰ ਹੱਥ ਪਾ ਦੇ, ਕਿਸੇ ਦੀ ਜ਼ਰੂਰਤ ਨਹੀਂ ਹੈਗੀ। ਖਾਲਸਾ ਜੀ ਅਸੀਂ ਲੜਾਈ ਲੜੀ ਆ, ਜਿੰਨੇ ਮਰਜ਼ੀ ਯਤਨ ਕਰਨ। ਇਹ ਸਾਰੇ ਹਾਲਾਤ ਹੁਣ ਕਿਉਂ ਬਣੇ ਨੇ? ਪਹਿਲਾਂ ਕਿਉਂ ਨਹੀਂ ਬਣੇ? ਕਿਉਂਕਿ ਪਹਿਲਾਂ ਦੀਆਂ ਕਮੇਟੀਆਂ ਚਾਪਲੂਸੀ ਕਰਦੀਆਂ ਸੀ। ਸਰਕਾਰ ਨੇ ਖੋਣ ਦੀ ਲੋੜ ਨਹੀਂ ਸਮਝੀ। ਜਦੋਂ ਸਰਕਾਰ ਦੇ ਸਾਹਮਣੇ ਅੱਖਾਂ ਚੱਖਾਂ ਪਾ ਕੇ ਸਟੇਟ ਵਿਦਿਨ ਸਟੇਟ ਵਾਲੇ ਲੋਕ ਆ ਕੇ ਖੜੇ ਹੋ ਗਏ, ਅਸੀਂ ਟੀਵੀਆਂ ਤੇ ਜਾ ਕੇ ਅਨਾਉਂਸਮੈਂਟਾਂ ਕੀਤੀਆਂ ਇਹ ਕਮੇਟੀਆਂ ਸਰਕਾਰ ਦੇ ਬਰਾਬਰ ਨੇ। ਅਗਰ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਆ, ਅਗਰ ਸੂਬੇ ਦਾ ਮੁੱਖ ਮੰਤਰੀ ਇੱਕ ਆ ਤੇ ਦਿੱਲੀ ਕਮੇਟੀ ਦਾ ਪ੍ਰਧਾਨ ਵੀ ਇੱਕ ਆ, ਅਸੀਂ ਤੁਹਾਡੇ ਬਰਾਬਰ ਆ। ਸਾਡੇ ਨਾਲ ਅੱਖਾਂ ਚੱਖਾਂ ਪਾ ਕੇ ਗੱਲ ਕਰੋ, ਤੁਹਾਡੇ ਪੈਰਾਂ ਵੱਲ ਨਹੀਂ ਦੇਖਾਂਗੇ। ਮੈਂ ਉਹਨਾਂ ਪ੍ਰਧਾਨਾਂ ਨੂੰ ਯਾਦ ਕਰਾ ਦੇਵਾਂ ਕਿਉਂ ਚੁੱਕ ਗਏ ਨੇ। ਕਿਉਂਕਿ ਉਹੀ ਪ੍ਰਧਾਨ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਦੇ ਸਥਾਨ ਤੇ ਜਿਹੜਾ ਇੱਕ ਮੈਮੋਰੀਅਲ ਬਣਾਇਆ ਗਿਆ ਉਹਨਾਂ ਦੀ ਯਾਦ ਦੇ ਅੰਦਰ ਦਿੱਲੀ ਸਥਿਤ ਬਾਰਡਰ ਤੇ ਜਦੋਂ ਉਹਦਾ ਉਦਘਾਟਨ ਹੋ ਰਿਹਾ ਸੀ ਤੇ ਕਾਂਗਰਸ ਦੇ ਪ੍ਰਧਾਨ ਦਾ ਫਰਜ਼ੰਦ ਬੇਟਾ ਜਿਹੜਾ ਏ ਉਹ ਮੰਚ ਤੇ ਬੈਠਾ ਸੀ। ਕੋਈ ਪ੍ਰਧਾਨ ਮੰਤਰੀ ਮੁੱਖ ਮੰਤਰੀ ਨਹੀਂ, ਗਾਂਧੀ ਪਰਿਵਾਰ ਦਾ ਬੇਟਾ ਮੰਚ ਤੇ ਬੈਠਾ ਸੀ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਹੁਕਮ ਲਾਇਆ ਗਿਆ ਸੀ ਵੀ ਤੁਸੀਂ ਉਹਦੇ ਪੈਰਾਂ 'ਚ ਬੈਠੋਗੇ ਥੱਲੇ। ਔਰ ਪ੍ਰਧਾਨ ਸਾਹਿਬ ਨੇ ਕੀ ਕਿਹਾ? ਉਹਨਾਂ ਨੇ ਨਹੀਂ ਕਿਹਾ ਕਿ ਤੇਰੀ ਜੁਰਤ ਕਿਵੇਂ ਹੋਈ, ਉਹਨੇ ਕਿਹਾ ਜੀ ਜਨਾਬ ਅਸੀਂ ਬੈਠਾਂਗੇ ਵੀ, ਅਸੀਂ ਫੋਟੋ ਵੀ ਖਿਚਾਵਾਂਗੇ। ਅੱਜ ਅਸੀਂ ਉਹ ਲੋਕ ਨਹੀਂ, ਅਸੀਂ ਹਿੱਕ ਤੇ ਖਲੋ ਕੇ ਬੋਲਣ ਵਾਲੇ ਲੋਕ ਆ। ਅਸੀਂ ਤੁਹਾਨੂੰ ਬਾਰ-ਬਾਰ ਇਹ ਗੱਲ ਚਤਾਉਂਦੇ ਆਏ ਆ, ਅਸੀਂ ਆਪਣੇ ਵੀਰਾਂ ਦੇ ਨਾਲ ਖੜੇ ਆ, ਖੜੇ ਰਵਾਂਗੇ। ਮੈਂ ਆਪਣੇ ਵੀਰਾਂ ਨੂੰ ਇੱਕ ਫੇਰ ਤੋਂ ਗੱਲ ਕਹਿ ਦਿਆਂ, ਮੇਰੇ ਵੀਰੋ ਜਿਹੜੇ ਇੱਥੇ ਮੇਰੇ ਕਿਸਾਨ ਵੀਰ ਪਹੁੰਚੇ ਨੇ, ਮੈਂ ਅੱਜ ਤੁਹਾਨੂੰ ਦੂਜੀ ਗੱਲ ਵੀ ਕਹਿ ਦਿੰਦਾ, ਨਾ ਕੇਵਲ ਤੁਹਾਨੂੰ ਜ਼ਮਾਨਤਾਂ ਤੇ ਲਿਆਂਦਾ ਏ, ਤੁਹਾਡੇ ਕੇਸ ਵੀ ਲੜਾਂਗੇ। ਔਰ ਜਿਨ੍ਹਾਂ ਪੁਲਿਸ ਵਾਲਿਆਂ ਨੇ ਤੁਹਾਡੇ ਤੇ ਤਸ਼ੱਦਦ ਕੀਤੀ ਆ, ਅਸੀਂ ਸਾਰਿਆਂ ਨੇ 2.5 ਘੰਟੇ ਲਾ ਕੇ ਸਾਰੀ ਵਿਉਂਤਬੰਦੀ ਬਣਾਈ ਕਿ ਸਰਕਾਰ ਦਾ ਨੈਰੇਟਿਵ ਕਿਵੇਂ ਤੋੜਨਾ ਹੈ, ਕਿਵੇਂ ਇਹਨਾਂ ਮੁੰਡਿਆਂ ਦੇ ਉੱਤੇ ਹੋਏ ਤਸ਼ੱਦਦ ਦੇ ਖਿਲਾਫ ਪੁਲਿਸ ਨੂੰ ਅੰਦਰ ਕਰਾਉਣਾ ਹੈ, ਕਿਸ ਤਰ੍ਹਾਂ ਇਹਨਾਂ ਦੇ ਕੇਸਾਂ ਦੇ ਖਿਲਾਫ ਖਤਮ ਕਰਾਉਣੇ ਆ,
ਔਰ ਕਿਤਨਾ ਲਾਲ ਕਿਲੇ ਦੀ ਸਾਜ਼ਿਸ਼ ਨੂੰ ਐਕਸਪੋਜ਼ ਕਰਨਾ ਹੈ ਜੋ ਸਾਨੂੰ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਉਹ ਕਲੰਕ ਸਰਕਾਰ ਦਾ ਸੀ, ਸਰਕਾਰ ਦੇ ਮੱਥੇ ਤੇ ਵਾਪਸ ਲਾਉਣਾ ਹੈ। 2.5 ਘੰਟੇ ਮੰਥਨ ਕੀਤਾ। ਮੈਂ ਤੁਹਾਨੂੰ ਜਨਤਕ ਤੌਰ ਤੇ ਐਲਾਨ ਕਰਕੇ ਚੱਲਿਆ, ਸਰਕਾਰ ਜਿੱਡੀ ਮਰਜ਼ੀ ਤਸ਼ੱਦਦ ਕਰ ਲਵੇ, ਜਿੰਨਾ ਮਰਜ਼ੀ ਸਾਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰਨ, ਨਾ ਅਸੀਂ ਝੁਕੇ ਆ ਨਾ ਝੁਕਾਂਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਿਹੜੀ ਲੜਾਈ ਲੜੀ ਹੈ, ਜਿਹੜੇ ਕਿਸਾਨ ਵੀਰਾਂ ਨੂੰ ਜਿਨ੍ਹਾਂ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਐਫਓ ਦੀਆਂ ਦਫਾਵਾਂ ਲਗਾਈਆਂ ਗਈਆਂ, ਜਿਹੜੀਆਂ 4-4 ਸਾਲ ਜਿਨ੍ਹਾਂ ਦੀ ਜ਼ਮਾਨਤਾਂ ਨਹੀਂ ਹੋ ਸਕਦੀਆਂ ਸੀ, ਮਗਰ ਬਹੁਤ ਵੱਡੀ ਲੜਾਈ ਸਾਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਗਲ ਟੀਮ ਨੇ ਲੜੀ ਹੈ। ਮਗਰ ਮੈਂ ਸਮਝਦਾ ਕਿ ਇਹ ਤੱਦੀ ਸਹਿਯੋਗ ਹੋਇਆ ਜਿਸ ਵਕਤ ਸੰਗਤਾਂ ਨੇ ਸਾਡੇ ਸਿਰ ਦੇ ਉੱਤੇ ਹੱਥ ਰੱਖਿਆ, ਜਿਸ ਵਕਤ ਅਸੀਂ ਇਹ ਫੈਸਲਾ ਲਿਆ ਕਿ ਅਸੀਂ ਆਪਣੀ ਕੌਮ ਦੇ ਨਾਲ ਖੜੇ ਹੋਵਾਂਗੇ, ਭਾਵੇਂ ਸਾਡੇ ਉੱਤੇ ਕਈ ਤਰ੍ਹਾਂ ਦੇ ਦਬਾਅ ਪਾਏ ਗਏ, ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਲੜਾਈ ਦੇ ਵਿੱਚ ਆਪਣਾ ਹਿੱਸਾ ਨਾ ਪਾਏ। ਬਹੁਤ ਵੱਡੀਆਂ ਗੱਲਾਂ ਕਰਨ ਵਾਲੇ ਦਿੱਲੀ ਦੇ ਬਹੁਤ ਨਾਮਵਰ ਵਕੀਲ ਜਿਨ੍ਹਾਂ ਨੇ ਸਾਨੂੰ ਮਨਾ ਵੀ ਕੀਤਾ ਕਿ ਤੁਸੀਂ ਇਸ ਲੜਾਈ ਦਾ ਹਿੱਸੇ ਨਾ ਬਣੋ ਔਰ ਇਹ ਲੜਾਈ ਇਹਨਾਂ ਨੂੰ ਆਪਣੇ ਆਪ ਲੜਨ ਦਿਓ ਅਸੀਂ, ਕਿਉਂਕਿ ਸਰਕਾਰਾਂ ਦਾ ਬਹੁਤ ਦਬਾਅ ਪਏਗਾ। ਮਗਰ ਮੈਨੂੰ ਖੁਸ਼ੀ ਹੈ ਦੱਸਦੇ ਹੋਏ ਕਿ ਜਿਹੜੇ ਨੌਜਵਾਨ ਵੀਰਾਂ ਦੀ ਜਿਹੜੇ ਵਕੀਲਾਂ ਨੇ ਆਪਣੀ ਪਹਿਲ ਕਦਮੀ ਕਰਦੇ ਹੋਏ ਸਾਡੇ ਕੋਲ ਆਏ ਕਿ ਅਸੀਂ ਇਸ ਲੜਾਈ ਦੇ ਵਿੱਚ ਤੁਹਾਡੇ ਸਹਿਯੋਗੀ ਬਣਾਂਗੇ। ਉਸ ਟੀਮ ਨੂੰ ਵੀ ਅੱਜ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ਤੋਂ ਸਨਮਾਨਿਤ ਕਰਨਾ ਵਕੀਲਾਂ ਦੀ, ਕਿਉਂਕਿ ਅਸੀਂ ਆਪਣਾ ਫਰਜ਼ ਸਮਝਿਆ ਔਰ ਕੌਮ ਨੂੰ ਇਹ ਸੰਦੇਸ਼ ਦਿੱਤਾ ਕਿ ਅਸੀਂ ਹਰ ਕਿਸਾਨ ਭਰਾ ਦੇ ਨਾਲ ਖੜੇ ਹਾਂ ਜਿਨੇ ਇਸ ਸੰਘਰਸ਼ ਦੇ ਵਿੱਚ ਇਹ ਲੜਾਈ ਲੜੀ ਔਰ ਇੱਥੇ ਆ ਕੇ ਜਿਸ ਤਰੀਕੇ ਦੇ ਨਾਲ ਜਿਸ ਲਾਲ ਕਿਲੇ ਦੇ ਉੱਤੇ ਝੰਡਾ ਫਹਿਰਾਉਣ ਵਾਸਤੇ ਜਿਨ੍ਹਾਂ ਦੇ ਉੱਤੇ ਮੁਕੱਦਮੇ ਕੀਤੇ ਗਏ, ਮੈਂ ਸਮਝਦਾ ਕਿ ਉਹ ਨਿਸ਼ਾਨ ਸਾਹਿਬ ਜਿਹੜਾ ਹਮੇਸ਼ਾ ਸਿੱਖਾਂ ਦੇ ਗੌਰਵ ਦਾ ਪ੍ਰਤੀਕ ਰਿਹਾ, ਜਿੱਥੇ ਹਮੇਸ਼ਾ ਲਾਲ ਕਿਲੇ ਦੇ ਉੱਤੇ ਆ ਕੇ ਕਈ ਵਾਰ ਸਿੰਘਾਂ ਨੇ ਲਾਲ ਕਿਲੇ ਫਤਿਹ ਕਰਕੇ ਇੱਥੇ ਨਿਸ਼ਾਨ ਸਾਹਿਬ ਚੁਰਾਏ ਸੀ। ਅਗਰ ਉਹਦੇ ਉੱਤੇ ਸਰਕਾਰਾਂ ਨੇ ਉਹਨਾਂ ਦੇ ਮੁਕੱਦਮੇ ਬਣਾਏ ਤੇ ਅੱਜ ਅਸੀਂ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਕਿ ਅੱਜ ਵੀ ਸਮੁੱਚੀ ਕੌਮ ਇਕੱਠੀ ਖੜੀ ਹੋਈ ਹੈ। ਅੱਜ ਤਾਂ ਹੀ ਇਸ ਦਿਨ ਦਾ ਅਸੀਂ ਨਾਮ ਵੀ एकजुटता दिवस ਕੀਤਾ ਸੀ। ਇਹ ਸਮੁੱਚੀ ਟੀਮ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੁਹਾਡੇ ਸਾਹਮਣੇ ਖੜੀ ਹੈ, ਕਿਸੇ ਵੀ ਖੇਤਰ ਦੇ ਵਿੱਚ ਹੋਏ ਅੱਜ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਅਸੀਂ ਸ਼ਤਾਬਦੀ ਮਨਾ ਰਹੇ ਹਾਂ। ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਨ੍ਹਾਂ ਦੇ ਕਰਕੇ ਮੈਂ ਸਮਝਦਾ ਕਿ ਸਿੱਖ ਸਮਾਜ ਦੀ ਪੈਦਾਇਸ਼ ਹੋਈ ਹੈ, ਖਾਲਸੇ ਪੰਥ ਦੀ ਪੈਦਾਇਸ਼ ਹੋਈ ਉਸ ਸ਼ਹਾਦਤ ਤੋਂ ਬਾਅਦ, ਔਰ ਅੱਜ ਸਮੂਚਾ ਪੰਥ ਉਹਦੀ ਰਾਖੀ ਕਰ ਰਿਹਾ ਸਾਰੇ ਮਿਲ ਕੇ। ਉਹ ਟੀਮ ਹੈ ਜਿਨ੍ਹਾਂ ਨੇ ਹਰ ਫੀਲਡ ਨੂੰ ਮਨਾਉਣਾ। ਅੱਜ ਜਿਸ ਤਰੀਕੇ ਦੇ ਨਾਲ ਅਸੀਂ ਸ਼ਤਾਬਦੀ ਮਨਾ ਰਹੇ ਹਾਂ, ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਕਿਸੇ ਵੀ ਬਹਾਨੇ ਦੇ ਨਾਲ, ਭਾਵੇਂ ਕੋਵਿਡ ਦਾ ਬਹਾਨਾ ਲਾਤਾ ਜਾਏ, ਭਾਵੇਂ ਕੋਈ ਨਾ ਕੋਈ ਕਿਸੇ ਤਰੀਕੇ ਦੇ ਨਾਲ ਪ੍ਰੋਗਰਾਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਗਰ ਮੈਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਅਸੀਂ ਜਿਸ ਤਰੀਕੇ ਦੇ ਨਾਲ ਆਪਣੇ ਗੁਰੂ ਘਰਾਂ ਦੇ ਵਿੱਚ ਪ੍ਰੋਗਰਾਮ ਮਨਾ ਰਹੇ ਹਾਂ, ਅਸੀਂ ਬਿਲਕੁਲ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਸਾਨੂੰ ਆਰਡਰ ਕੀਤੇ ਹੈ ਕਿ ਤੁਸੀਂ ਸੜਕਾਂ ਦੇ ਉੱਤੇ ਟੈਂਟ ਨਹੀਂ ਲਾ ਸਕਦੇ, ਮਗਰ ਅਸੀਂ ਇਸ ਚੀਜ਼ ਦਾ ਫੈਸਲਾ ਲਿਆ ਕਿ ਗੁਰੂ ਘਰਾਂ ਦੇ ਵਿੱਚ ਚੱਲਦੇ ਕਿਸੇ ਵੀ ਪ੍ਰੋਗਰਾਮ ਨੂੰ ਰੋਕਿਆ ਨਹੀਂ ਜਾਏਗਾ। ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੀਆਂ ਸ਼ੁਕਰਾਨਾ ਤੇ ਦਿੱਲੀ ਦੀਆਂ ਸਿੱਖ ਸੰਗਤਾਂ ਦਾ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚੀ ਸਿੱਖ ਕੌਮ ਦਾ ਤਹਿ ਦਿਲੋਂ ਧੰਨਵਾਦ ਕਰਦਾ। ਆਪ ਜੀਆਂ ਨੇ ਬੜਾ ਪਿਆਰ ਬਖਸ਼ਿਆ, ਮੈਂ ਇੰਨੇ ਜੋਗਾ ਨਹੀਂ ਵੀ ਸੀਗਾ, ਮਹਾਰਾਜ ਨੇ ਸੇਵਾ ਲਈ, ਗਾਹਾਂ ਤੁਹਾਡੇ ਕੋ ਵੀ ਸੇਵਾ ਲਈ ਤੁਸੀਂ ਇੰਨਾ ਪਿਆਰ ਬਖਸ਼ਿਆ, ਮਹਾਰਾਜ ਸਾਹਿਬ ਨੂੰ ਚੜ੍ਹਦੀ ਕਲਾਂ 'ਚ ਬਖਸ਼ੇ। ਇਸ ਤੋਂ ਬਾਅਦ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਮਾਗਮ ਹੋਇਆ, ਜਿੱਥੇ ਕਿਸਾਨਾਂ ਦੇ ਬਿਨਾਂ ਸਵਾਰਥ ਕੇਸ ਲੜਨ ਵਾਲੇ ਸਾਰੇ ਵਕੀਲਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਿਰਸਾ ਤੇ ਕਾਲਕਾ ਨੇ ਕਿਹਾ ਕਿ ਇਹਨਾਂ ਵਕੀਲਾਂ ਨੇ ਬਿਨਾਂ ਸਵਾਰਥ ਕਿਸਾਨਾਂ ਦੇ ਕੇਸ ਲੜ ਕੇ ਉਹਨਾਂ ਦੀਆਂ ਜ਼ਮਾਨਤਾਂ ਉਹਨਾਂ ਧਾਰਾਵਾਂ ਅਧੀਨ ਕਰਵਾਈਆਂ ਜਿਨ੍ਹਾਂ ਧਾਰਾਵਾਂ ਤਹਿਤ ਜ਼ਮਾਨਤਾਂ ਹੋਣਾ ਸੰਭਵ ਨਹੀਂ ਸੀ। ਉਹਨਾਂ ਕਿਹਾ ਕਿ ਵਕੀਲਾਂ ਦੀ ਮਿਹਨਤ ਹੈ ਜਿਨ੍ਹਾਂ ਨੇ ਅਦਾਲਤਾਂ ਨੂੰ ਦੱਸਿਆ ਕਿ ਬੇਕਸੂਰ, ਨਿਰਦੋਸ਼ ਅਤੇ ਮਾਸੂਮ ਕਿਸਾਨਾਂ ਨੂੰ ਕਿਸ ਤਰੀਕੇ ਸਾਜ਼ਿਸ਼ ਅਧੀਨ ਫਸਾਇਆ ਗਿਆ ਅਤੇ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੋ ਕੇ ਅਦਾਲਤਾਂ ਨੇ ਗ੍ਰਿਫਤਾਰ ਕਿਸਾਨਾਂ ਨੂੰ ਜ਼ਮਾਨਤਾਂ ਦਿੱਤੀਆਂ। ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਵਕੀਲਾਂ ਦੀ ਰਿਣੀ ਰਹੇਗੀ। ਅੱਜ ਵਿਸ਼ੇਸ਼ ਤੌਰ ਤੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਦਰ ਤੇ ਆ ਕੇ ਉਸ ਮਾਲਕ ਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿੱਥੇ ਸ਼ੁਕਰਾਨਾ ਕੀਤਾ ਹੈ ਕਿ ਗੁਰੂ ਸਾਹਿਬ ਨੇ ਇਹਨਾਂ ਐਡਵੋਕੇਟ ਸਾਹਿਬਾਨਾਂ ਨੂੰ ਇੰਨਾ ਬਲ ਬਖਸ਼ਿਆ, ਇਹਨਾਂ ਨੇ ਪ੍ਰੋ ਬੋਨੋ ਬਿਨਾਂ ਕਿਸੇ ਪੈਸਾ ਲਏ, ਬਿਨਾਂ ਕਿਸੇ ਲਾਲਚ ਦੇ ਆਪਣਾ ਕੀਮਤੀ ਸਮਾਂ ਜਿਹੜਾ ਇਸ ਕਿਸਾਨ ਅੰਦੋਲਨ ਦੇ ਅੰਦਰ, ਕਿਸਾਨ ਸੰਘਰਸ਼ ਦੇ ਅੰਦਰ ਜੇਲ੍ਹਾਂ 'ਚ ਗਏ ਲੋਕਾਂ ਦੇ ਵਾਸਤੇ ਲਾਇਆ, ਔਰ ਗੁਰੂ ਸਾਹਿਬ ਨੇ ਕਿਰਪਾ ਤਰਸ ਕੀਤੀ ਔਰ ਉਹਨਾਂ ਦੀ ਜ਼ਮਾਨਤਾਂ ਹੋਈਆਂ। ਸੋ ਅੱਜ ਸਾਰੀ ਜਿਹੜੀ ਲੀਗਲ ਟੀਮ ਸੀਗੀ ਉਹਨਾਂ ਦਾ ਅੱਜ ਸਨਮਾਨ ਕਰਨ ਵਾਸਤੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਅੰਦਰ, ਤਾਂ ਕਿ ਮੇਰਾ ਮਾਲਕ ਉਹਨਾਂ ਨੂੰ ਆਸ਼ੀਰਵਾਦ ਵੀ ਦੇਵੇ, ਉਹਨਾਂ ਨੂੰ ਹੋਰ ਬਲ ਦੇਵੇ, ਹੋਰ ਤਾਕਤ ਦੇਵੇ, ਤਾਂ ਕਿ ਉਹ ਇਸੇ ਤਰ੍ਹਾਂ ਮਾਨਵਤਾ ਦੀ ਸੇਵਾ ਕਰ ਸਕਣ। ਅਸੀਂ ਫੇਰ ਤੋਂ
ਸਾਰੇ ਹੀ ਆਪਣੀ ਸਾਡੀ ਟੀਮ ਸਰਦਾਰ ਹਰਮੀਤ ਸਿੰਘ ਜੀ ਕਾਲਕਾ, ਸਾਡੇ ਜਨਰਲ ਸਕੱਤਰ ਸਾਹਿਬ ਸਰਦਾਰ ਜਗਦੀਪ ਸਿੰਘ ਜੀ ਕਾਹਲੋਂ ਸਾਹਿਬ, ਸਾਡੇ ਲੀਗਲ ਦੇ ਹੈੱਡ ਔਰ ਸਾਰੇ ਐਡਵੋਕੇਟ ਸਾਹਿਬਾਨਾਂ ਦਾ ਅਸੀਂ ਫਿਰ ਤੋਂ ਧੰਨਵਾਦ ਕਰਦੇ ਹਾਂ। ਗੁਰੂ ਸਾਹਿਬ ਇਹ ਸਾਰੀ ਟੀਮ ਨੂੰ ਬਹੁਤ ਬਲ ਬਖਸ਼ਣ ਤਾਂ ਕਿ ਇਸੇ ਤਰ੍ਹਾਂ ਇਹ ਲੜਾਈ ਲੜ ਸਕਣ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀਆਂ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਹਾਈ ਕੋਰਟ ਦੇ 2 ਮੈਂਬਰੀ ਬੈਂਚ ਵੱਲੋਂ ਪਾਰਟੀ ਨੂੰ ਚੋਣਾਂ ਵਾਸਤੇ ਬਾਲਟੀ ਚੋਣ ਨਿਸ਼ਾਨ ਅਲਾਟ ਦੇ ਹੁਕਮ ਕਰ ਦਿੱਤੇ ਗਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਅਦਾਲਤ ਦਾ ਇਹ ਫੈਸਲਾ ਗੁਰੂ ਦੇ ਸੱਚੇ ਤਖਤ ਦੀ ਜਿੱਤ ਹੈ, ਸਰਕਾਰ ਦੇ ਤਖਤਾਂ ਤੇ ਪੋਚੇ ਮਾਰਨ ਵਾਲਿਆਂ ਦੀ ਹਾਰ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀਆਂ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਦਿੱਲੀ ਹਾਈ ਕੋਰਟ ਦੇ 2 ਮੈਂਬਰੀ ਬੈਂਚ ਨੇ ਪਾਰਟੀ ਨੂੰ ਚੋਣਾਂ ਵਾਸਤੇ ਬਾਲਟੀ ਚੋਣ ਨਿਸ਼ਾਨ ਅਲਾਟ ਕਰਨ ਦੇ ਹੁਕਮ ਦੇ ਦਿੱਤੇ। ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅਦਾਲਤ ਦਾ ਇਹ ਫੈਸਲਾ ਗੁਰੂ ਦੇ ਸੱਚੇ ਤਖਤ ਦੀ ਜਿੱਤ ਹੈ ਤੇ ਸਰਕਾਰਾਂ ਦੇ ਤਖਤਾਂ ਉੱਤੇ ਪੋਚੇ ਮਾਰਨ ਵਾਲਿਆਂ ਦੀ ਹਾਰ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਵਾਰ-ਵਾਰ ਸਪਸ਼ਟ ਕਰ ਦਿੱਤਾ ਸੀ ਕਿ ਜੇਕਰ ਚੋਣਾਂ ਲੜਾਂਗੇ ਤਾਂ ਸਿਰਫ ਗੁਰੂ ਦੇ ਲੰਗਰ ਵਾਲੀ ਬਾਲਟੀ ਦੇ ਚੋਣ ਨਿਸ਼ਾਨ ਤੇ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਅਰਦਾਸਾਂ ਕਰਨ ਵਾਲੀਆਂ ਮਾਵਾਂ ਦਾ ਉਚੇਚੇ ਤੌਰ ਉੱਤੇ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ। ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਦਿੱਲੀ ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਹੋਰ ਕਮੇਟੀ ਮੈਂਬਰ ਵੀ ਮੌਜੂਦ ਰਹੇ। ਅੱਜ ਜੋ ਗੱਲ ਅਸੀਂ ਪਿਛਲੇ 15 ਦਿਨਾਂ ਤੋਂ ਕਹਿੰਦੇ ਆ ਰਹੇ ਸੀ ਕਿ ਕੋਈ ਕੁਝ ਵੀ ਕਰ ਲਵੇ, ਕਿਸੇ ਸੂਰਤ ਅੰਦਰ ਸਰਕਾਰੀ ਤਖਤ ਦੀ ਜਿੱਤ ਨਹੀਂ ਹੋ ਸਕਦੀ। ਅਸੀਂ ਬਾਰ-ਬਾਰ ਕਹਿ ਰਹੇ ਸੀਗੇ ਕਿ ਜਿੱਤ ਜਿਹੜੀ ਹੋਣੀ ਆ ਉਹ ਮੇਰੇ ਮਾਲਕ ਦੇ ਸੱਚੇ ਤਖਤ ਦੀ ਹੋਣੀ ਆ, ਸਰਕਾਰੀ ਤਖਤ ਦੀ ਹਾਰ ਹੋਣੀ ਤੈਅ ਆ। ਮੈਂ ਉਹਨਾਂ ਵਕੀਲ ਸਾਹਿਬਾਨਾਂ ਦੇ ਚਰਨਾਂ 'ਚ ਬੇਨਤੀ ਵੀ ਕੀਤੀ ਸੀ ਗੁਰਦੁਆਰਾ ਸੀਸਗੰਜ ਸਾਹਿਬ ਤੋਂ, ਜਿਹੜੇ ਕਿ ਆਪਣੇ ਆਪ ਨੂੰ ਦੱਸਦੇ ਗੁਰਸਿੱਖ ਨੇ ਤੇ ਕੰਮ ਉਹ ਕਰਦੇ ਨੇ ਜਿਹੜੇ ਸਿੱਖੀ ਦੇ ਖਿਲਾਫ ਹੋਣ। ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਵਕੀਲ ਸਾਹਿਬ ਤੁਸੀਂ ਹੁਣ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ 'ਚ ਆ ਜਾਓ, ਕੌਮ ਬਖਸ਼ ਦਊਗੀ, ਮਾਫ ਕਰ ਦਊ। ਕੀ ਹੋਇਆ ਅੱਜ? ਆਖਿਰਕਾਰ ਕਿਹਦੀ ਜਿੱਤ ਹੋਈ? ਅੱਜ ਦੀ ਹੈਰਾਨਗੀ ਦੀ ਗੱਲ ਕੀ ਆ? ਹੈਰਾਨਗੀ ਦੀ ਗੱਲ ਇਹ ਆ ਕਿ ਸਰਕਾਰ ਦਾ ਵਕੀਲ ਜਿਹੜਾ ਸੀ ਉਹ ਰੌਲਾ ਪਾ ਕੇ ਕਹਿ ਰਿਹਾ ਸੀਗਾ ਕਿ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਉਹ ਖਤਮ ਕੀਤਾ ਜਾਵੇ, ਇਹ ਕੋਈ ਇਹਨਾਂ ਨੂੰ ਰਿਲੀਜੀਅਸ ਬਣਾਇਆ ਜਾਵੇ। ਔਰ ਸਾਡੇ ਜਿਹੜੇ ਸਿੱਖ ਵਕੀਲ ਆ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਬਾਰ-ਬਾਰ ਇਹ ਕਹਿ ਕੇ ਕਿ ਹਾਂ ਰਿਲੀਜੀਅਸ ਹੋਣਾ ਚਾਹੀਦਾ। ਜੱਜ ਸਾਹਿਬ ਨੇ ਇੱਕ ਸਵਾਲ ਪੁੱਛਿਆ ਅੱਜ ਸਾਡੇ ਉਸ ਸਿੱਖ ਵਕੀਲ ਸਾਹਿਬ ਨੂੰ ਕਿ ਵਕੀਲ ਸਾਹਿਬ ਮੈਂ ਤਾਂ ਐਫੀਡੇਵਿਟ ਤੇ ਲੈ ਦਿੰਦੀ ਆ। ਜੱਜ ਸਾਹਿਬ ਨੇ ਦੂਜੇ ਡਬਲ ਬੈਂਚ ਉਹਨਾਂ ਨੇ ਵੀ ਕਿਹਾ ਸੀ ਐਫੀਡੇਵਿਟ ਤੇ ਲੈ ਦਿੰਦੇ, ਪਰ ਸਾਨੂੰ ਇਹ ਤਾਂ ਦੱਸ ਦਿਓ ਇਹ ਰਿਲੀਜੀਅਸ ਪਾਰਟੀ ਹੁੰਦੀ ਕੀ ਆ? ਵਾਟ ਇਜ਼ ਰਿਲੀਜੀਅਸ ਪਾਰਟੀ? ਉਹ ਇਹ ਕਹਿਣ ਨੂੰ ਮਜਬੂਰ ਹੋ ਗਏ ਕਿ ਸਿੱਖ ਧਰਮ ਤੋਂ ਸਿੱਖ ਹੋਗਾ, ਪਰ ਉਹ ਵੀ ਤੇ ਸੈਕੂਲਰ ਆ। ਉਹਨਾਂ ਕਿਹਾ ਮੇਰਾ ਧਰਮ ਕੁਝ ਹੋਰ ਹੋ ਸਕਦਾ ਏ, ਪਰ ਮੈਂ ਵੀ ਤਾਂ ਸੈਕੂਲਰ ਆ, ਮੈਂ ਸਾਰੇ ਧਰਮਾਂ 'ਚ ਬਿਲੀਵ ਕਰਦੀ। ਤੁਸੀਂ ਇਹ ਕਨਸੈਪਟ ਕਿੱਥੋਂ ਲੈ ਕੇ ਆਏ ਜੇ? ਜਿਹੜਾ ਮੀਰੀ ਪੀਰੀ ਦੇ ਸਿਧਾਂਤ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਸੀ। ਮੈਂ ਤੇ ਧੰਨਵਾਦ ਕਰਦਾ ਏ ਕਿ ਗੁਰੂ ਸਾਹਿਬ ਨੇ ਤਰਸ ਕੀਤਾ, ਖਾਲੀ ਸਾਡੀ ਪੱਤ ਨਹੀਂ ਰੱਖੀ, ਸਾਡੀ ਤਾਂ ਰੱਖੀ ਆ। ਮੇਰੇ ਮਾਲਕ ਨੇ ਸਾਡੇ ਤੇ ਕਿਰਪਾ ਕੀਤੀ ਆ, ਪਰ ਗੱਲ ਇਹ ਆ ਸਾਡੇ ਹੱਥੋਂ ਕਿਤੇ ਮੀਰੀ ਪੀਰੀ ਦੇ ਸਿਧਾਂਤ ਦੇ ਉੱਤੇ ਚੋਟ ਨਾ ਲੱਗ ਜਾਵੇ, ਇਹ ਵੀ ਸਾਡੇ ਤੇ ਕਿਰਪਾ ਕਰਾਈ। ਸੋਚ ਕੇ ਦੇਖੋ ਜੇ ਅਸੀਂ ਵੀ ਉਹਨਾਂ ਲੋਕਾਂ ਵਰਗੂ ਜਿਵੇਂ ਪਰਮਜੀਤ ਸਿੰਘ ਸਰਨਾ ਲਿਖ ਕੇ ਦੇ ਆਏ ਕਿ ਮੀਰੀ ਪੀਰੀ ਦਾ ਸਿਧਾਂਤ ਨਹੀਂ ਹੈਗਾ, ਕੇਵਲ ਰਿਲੀਜੀਅਸ ਸਿਧਾਂਤ ਆ ਸਾਡਾ, ਜੇ ਕਿਤੇ ਸਰਕਾਰ ਸਾਡੇ ਤੋਂ ਵੀ ਕਰਾ ਲੈਂਦੀ ਤੇ ਅਸੀਂ ਕੀ ਕਿਹਾ ਸੀ ਗੁਰੂ ਸਾਹਿਬ ਦੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹਰਮੀਤ ਜੀ ਤੁਹਾਡੀ ਹਾਜ਼ਰੀ 'ਚ ਵੀ ਸਾਡੇ ਸਾਰੇ ਮੈਂਬਰ ਸਾਹਿਬਾਨਾਂ ਦੀ ਹਾਜ਼ਰੀ 'ਚ ਕਿਹਾ ਸੀਗਾ ਕੱਲੇ ਰਹਿ ਜਾਵਾਂਗੇ, ਕੱਲੇ ਰਹਿ ਜਾਵਾਂਗੇ, ਪਰ ਮੇਰੇ ਗੁਰੂ ਦੇ ਸਿਧਾਂਤ ਤੇ ਪਹਿਰਾ ਦਿਆਂਗੇ, ਇਹ ਨਹੀਂ ਕਵਾਵਾਂਗੇ ਕੱਲ ਨੂੰ। ਇੱਕ ਚੁਣਾਵ ਜਿੱਤਣ ਪਿੱਛੇ ਆਪਣੇ ਮਾਲਕ ਦਾ ਦਿੱਤਾ ਮੀਰੀ ਪੀਰੀ ਦਾ ਸਿਧਾਂਤ ਹੀ ਛੱਡਤਾ ਇਹਨਾਂ ਲੋਕਾਂ ਨੇ। ਅੱਜ ਹਾਰ ਹੋਈ ਆ ਜਿਹੜੇ ਸਰਕਾਰੀ ਤਖਤਾਂ ਤੇ ਜਾ ਕੇ ਪੋਚੇ ਮਾਰਦੇ ਸੀਗੇ ਔਰ ਬਾਹਰ ਆ ਕੇ ਰੌਲਾ ਪਾ ਕੇ ਕਹਿੰਦੇ ਸੀ ਅਸੀਂ 5 ਦਿਨ ਲਾ ਕੇ ਤੇ ਅਕਾਲੀ ਦਲ ਦਾ ਸਿੰਬਲ ਖਤਮ ਕਰਾਏ ਆ। ਅੱਜ ਉਹਨਾਂ ਨੂੰ ਪੁੱਛੋ ਜਾ ਕੇ ਬਾਈ ਤਾਂ ਉਹ ਦੇਣ। ਮੈਂ ਅੱਜ ਆਪਣੇ ਸਾਰੇ ਦੁਨੀਆ ਭਰ 'ਚ ਵਸਦੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਚਰਨਾਂ 'ਚ ਹੱਥ ਬੰਨ੍ਹ ਕੇ ਇੱਕ ਬੇਨਤੀ ਕਰਨ ਲੱਗਾ, ਸਾਡਾ ਵਿਸ਼ਵਾਸ ਦੇਖ ਲਓ ਕਿੱਡਾ ਗੁਰੂ ਪ੍ਰਤੀ। ਜਿੱਦਣ ਫਤਿਹ ਦਿਵਸ ਹੋ ਰਿਹਾ ਸੀ ਅਸੀਂ ਉਦਣ ਵੀ ਕਿਹਾ, ਜਿੱਦਣ 28 ਤਰੀਕ ਨੂੰ ਆਪਣੇ ਸਿੱਖਾਂ ਨੂੰ ਸਨਮਾਨਿਤ ਕਰ ਰਹੇ ਜੇਲ੍ਹਾਂ ਕੱਟ ਗਿਆ ਸੀ ਉਦਣ ਵੀ ਗੁਰੂ ਸਾਹਿਬ ਦੀ ਹਾਜ਼ਰੀ 'ਚ ਕਿਹਾ ਸੀਗਾ ਚੁਣਾਵ ਲੜਾਂਗੇ ਤੇ ਗੁਰੂ ਦੀ ਲੰਗਰ ਵਾਲੀ ਬਾਲਟੀ ਤੇ ਹੀ ਲੜਾਂਗੇ। ਦੇਖੋ
ਦੇਖੋ ਵਿਰੋਧੀਆਂ ਨੇ ਬੜੀ ਕੋਸ਼ਿਸ਼ ਕੀਤੀ ਕਿ ਸਾਡਾ ਜਿਹੜਾ ਬਾਲਟੀ ਸਿੰਬਲ ਹੈ ਉਹ ਚਲਾ ਜਾਏ। ਉਹਨਾਂ ਨੇ ਘਰ ਘਰ ਪ੍ਰਚਾਰ ਕਰਨਾ ਸ਼ੁਰੂ ਕਰਤਾ ਸੀ ਕਿ ਸਿੰਬਲ ਕੈਂਸਲ ਹੋ ਗਿਆ, ਪਰ ਜਦੋਂ ਗੁਰੂ ਮਹਾਰਾਜ ਜੀ ਦਾ ਸਿਰ ਤੇ ਹੱਥ ਹੋਏ ਨਾ ਤੇ ਉਹਨੂੰ ਕੋਈ ਵੀ ਪਿੱਛੇ ਨਹੀਂ ਕਰ ਸਕਦਾ ਤੇ ਕੋਈ ਵੀ ਉਹਨੂੰ ਤੋੜ ਨਹੀਂ ਸਕਦਾ। ਤੇ ਅੱਜ ਗੁਰੂ ਸਾਹਿਬ ਨੇ ਸਾਡੇ ਸਿਰਾਂ ਤੇ ਹੱਥ ਰੱਖਿਆ ਤੇ ਬਾਲਟੀ ਸਿੰਬਲ ਸਾਨੂੰ ਵਾਪਸ ਮਿਲਿਆ ਹੈ। ਤੇ ਇਹ ਜਿਹੜੀ ਜਿੱਤ ਹੋਈ ਹੈ ਇਹ ਸੰਗਤਾਂ ਦੇ ਸਹਿਯੋਗ ਨਾਲ ਹੋਈ ਹੈ, ਕਿਉਂਕਿ ਜੇ ਗੁਰੂ ਘਰ ਦੀ ਆਪਾਂ ਸੇਵਾ ਕਰ ਰਹੇ ਹਾਂ ਤੇ ਗੁਰੂ ਸਾਹਿਬ ਨੇ ਵੀ ਸਾਡੀ ਸੁਣੀ ਹੈ ਤੇ ਸਾਡੀ ਸਭ ਦੀ ਅਰਦਾਸ, ਮਾਵਾਂ ਦੀ ਅਰਦਾਸ, ਭਰਾਵਾਂ ਦੀ ਅਰਦਾਸ, ਤੇ ਬਾਲਟੀ ਸਿੰਬਲ ਸਾਨੂੰ ਵਾਪਸ ਮਿਲਿਆ ਹੈ। ਇਸ ਕਰਕੇ ਮੈਂ ਸਾਰੀ ਸੰਗਤ ਨੂੰ ਵੀ ਵਧਾਈ ਦਿੰਦੀ ਹਾਂ। ਅੱਜ ਮੈਂ ਸਮਝਦਾ ਸਮੁੱਚੀ ਖਾਲਸੇ ਪੰਥ ਦੀ ਜਿੱਤ ਹੋਈ ਹੈ, ਸਿੱਖ ਪੰਥ ਦੀ, ਕਿਉਂਕਿ ਖਾਲੀ ਸ਼੍ਰੋਮਣੀ ਅਕਾਲੀ ਦਲ ਦਾ ਚੁਣਾਵ ਚਿੰਨ੍ਹ ਨਹੀਂ ਸੀ। ਇਹ ਬਾਲਟੀ ਜਿਹੜੀ ਹੈ ਉਹ ਬਾਲਟੀ ਹੈ ਜਿਹੜਾ ਨਿਸ਼ਾਨ ਅੱਜ 100 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਲੜਾਈਆਂ ਲੜਦੀ ਆ ਰਹੀ ਹੈ ਪੰਥਕ, ਔਰ ਹਮੇਸ਼ਾ ਜਿਹੜੀ ਕੌਮ ਦੀ ਵੱਡੀ ਲੜਾਈ ਹੋਈ ਹੈ, ਕੌਮ ਦੇ ਵੱਡੇ ਮੋਰਚੇ ਹੋਏ ਨੇ, ਸ਼੍ਰੋਮਣੀ ਅਕਾਲੀ ਦਲ ਨੇ ਜਿੱਤੇ ਨੇ ਔਰ ਲੜੇ ਨੇ। ਅੱਜ ਉਸ ਸਿਧਾਂਤ ਨੂੰ ਖਤਮ ਕਰਨ ਦੀ ਗੱਲ ਕਰ ਰਹੀ, ਜਿਹਦੇ ਉੱਤੇ ਪਹਿਰਾ ਦੇ ਰਹੇ ਗੁਰੂ ਹਰਗੋਬਿੰਦ ਮਹਾਰਾਜ ਦਾ ਮੀਰੀ ਪੀਰੀ ਦਾ ਸਿਧਾਂਤ ਸੀ, ਉਹਦੇ ਉੱਤੇ ਜਿਹੜਾ ਪਹਿਰਾ ਦਿੱਤਾ ਜਾ ਰਿਹਾ ਅੱਜ, ਉਹਦੇ ਉੱਤੇ ਇਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਬਹੁਤ ਵੱਡੀ ਜਿੱਤ ਹੋਈ ਹੈ ਔਰ ਮੈਂ ਸਮਝਦਾ ਕਿ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਜਿਹੜੀਆਂ ਪਾਰਟੀਆਂ, ਜਿਹੜੀਆਂ ਟੀਮਾਂ, ਜਿਹੜੇ ਵਰਕਰ, ਜਿਹੜੇ ਗੁਰੂ ਘਰ ਦੇ ਸੇਵਾਦਾਰ ਅੱਗੇ ਵਧਦੇ ਨੇ, ਮਹਾਰਾਜ ਉਹਨਾਂ ਨੂੰ ਆਪ ਦਿੰਦੇ। ਔਰ ਅੱਜ ਦੇਖੋ ਤੁਹਾਡੇ ਸਾਹਮਣੇ ਕਿਸ ਕਿਸਮ ਦੇ ਨਾਲ ਇੱਥੇ ਆ ਕੇ ਜਦ ਅਸੀਂ ਨਕਮਸਤਕ ਹੋਇਆ, ਮਹਾਰਾਜ ਨੇ ਆਪਣੀ ਬਾਣੀ ਦਾ ਉੱਥੇ ਹੀ ਸ਼ਬਦ ਚੱਲ ਰਿਹਾ ਸੀ, ਮੇਰੇ ਰਾਮ ਰਾਏ ਸੰਤਾ ਟੇਕ ਤੁਮਾਰੀ। ਸੋ ਮਹਾਰਾਜ ਦਾ ਹਮੇਸ਼ਾ ਓਟ ਆਸਰਾ ਲੈ ਕੇ ਜਿਹੜੀਆਂ ਕਮੇਟੀਆਂ ਚੱਲਦੀਆਂ ਨੇ, ਅੱਜ ਉਹਦੀ ਬਹੁਤ ਵੱਡੀ ਜਿੱਤ ਹੋਈ ਹੈ। ਔਰ ਉਹਨਾਂ ਲੋਕਾਂ ਨੂੰ ਅੱਜ ਜਵਾਬ ਮਿਲਿਆ ਹੈ ਜਿਸ ਐਕਟ ਦੀ ਆਪਾਂ ਇਲੈਕਸ਼ਨ ਲੜ ਰਹੇ ਹਾਂ, ਜਿਸ ਐਕਟ ਦੇ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣ ਵਾਸਤੇ ਇਸ ਪਾਰਟੀ ਨੇ ਜਦੋਂ ਜਹਿਦ ਕੀਤੀ ਹੈ, ਸਾਡੇ ਬਜ਼ੁਰਗਾਂ ਨੇ ਜੇਲਾਂ ਭਰੀਆਂ, ਅੱਜ ਉਹਨੂੰ ਖਤਮ ਕਰਨ ਦੇ ਉੱਤਰ ਆਏ ਨੇ। ਸੋ ਮੈਂ ਸਮਝਦਾ ਕਿ ਗੁਰੂ ਮਹਾਰਾਜ ਨੇ ਅੱਜ ਆਪ ਉਹਨਾਂ ਨੂੰ ਜਵਾਬ ਦਿੱਤਾ। ਔਰ ਜਿਹੜੇ ਬੰਦੇ ਅੱਜ ਤੋਂ ਹਫ਼ਤਾ ਪਹਿਲੇ ਬਹੁਤ ਖੁਸ਼ੀ ਮਨਾ ਰਹੇ ਸੀ, ਔਰ ਮੈਨੂੰ ਨਾਮ ਲੈਂਦੇ ਗੁਰੇਜ ਨਹੀਂ ਹੈ, ਸਰਦਾਰ ਮਨਜੀਤ ਸਿੰਘ ਜੀਕੇ ਵਰਗੇ ਨੇ ਜਿਸ ਤਰੀਕੇ ਦੇ ਨਾਲ ਗੱਲ ਕੀਤੀ, ਕਿਉਂਕਿ ਉਹ ਅੱਜ ਕੱਲ੍ਹ ਸਰਕਾਰਾਂ ਦੇ ਹੱਥਾਂ 'ਚ ਖੇਡ ਰਿਹਾ। ਸੋ ਮੈਂ ਸਮਝਦਾ ਅੱਜ ਉਹਨਾਂ ਨੂੰ ਬਹੁਤ ਵੱਡਾ ਜਵਾਬ ਕੋਟਾ ਰਾਹੀਂ ਮਿਲਿਆ। ਔਰ ਸਾਨੂੰ ਜਿੱਥੇ ਮਹਾਰਾਜ ਤੋਂ ਓਟ ਆਸਰਾ ਸੀ, ਬਿਲਕੁਲ ਵਿਸ਼ਵਾਸ ਹੈ ਹਿੰਦੁਸਤਾਨ ਦੀ ਜੁਡੀਸ਼ਰੀ ਦੇ ਉੱਤੇ, ਜਿਹਨੇ ਅੱਜ ਸਾਡੀ ਗੱਲ ਸੁਣੀ ਹੈ। ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਮਾਨਵਤਾਵਾਦੀ ਉਪਰਾਲਿਆਂ ਨੂੰ ਵੇਖਦੇ ਹੋਏ ਸੁਜ਼ੂਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਗੁਰੂ ਹਰਕ੍ਰਿਸ਼ਨ ਬਾਲਾ ਸਾਹਿਬ ਹਸਪੀਟਲ ਵਿਖੇ 5 ਐਂਬੂਲੈਂਸਾਂ ਭੇਟ ਕੀਤੀਆਂ। ਇਹ ਐਂਬੂਲੈਂਸਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਪ੍ਰਾਪਤ ਕੀਤੀਆਂ ਤੇ ਕੰਪਨੀ ਦਾ ਧੰਨਵਾਦ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਵਤਾ ਦੀ ਸੇਵਾ ਲਈ ਲਗਾਤਾਰ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ, ਜਿਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਸੁਜ਼ੂਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਹਸਪਤਾਲ ਬਾਲਾ ਸਾਹਿਬ ਲਈ 5 ਐਂਬੂਲੈਂਸਾਂ ਦਿੱਲੀ ਕਮੇਟੀ ਨੂੰ ਭੇਟ ਕੀਤੀਆਂ। ਇਹ ਐਂਬੂਲੈਂਸਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਹਰਮੀਤ ਸਿੰਘ ਕਾਲਕਾ ਨੇ ਪ੍ਰਾਪਤ ਕੀਤੀਆਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਕੰਪਨੀ ਵੱਲੋਂ ਬਾਲਾ ਸਾਹਿਬ ਹਸਪਤਾਲ, ਜਿੱਥੇ ਦੇਸ਼ ਦਾ ਸਭ ਤੋਂ ਵੱਡਾ ਮੁਫਤ ਕਿਡਨੀ ਡਾਇਲਿਸਿਸ ਹਸਪਤਾਲ ਚਲਾਇਆ ਜਾ ਰਿਹਾ ਹੈ, ਵਾਸਤੇ ਐਂਬੂਲੈਂਸਾਂ ਭੇਟ ਕਰਨ ਉੱਤੇ ਕੰਪਨੀ ਦਾ ਧੰਨਵਾਦ ਕੀਤਾ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸੁਜ਼ੂਕੀ ਮੋਟਰਸ ਦੇ MD ਜਿਹੜੇ ਸੁਜ਼ੂਕੀ ਮੋਟਰਸਾਈਕਲਸ ਬਣਾਉਂਦੇ ਆ, ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਮੋਟਰਸਾਈਕਲ ਹੈ ਜਿਹੜੀ, ਉਹਨਾਂ ਨੇ ਆਪਣੇ CSR ਅਕਾਊਂਟ ਦੇ ਵਿੱਚ ਅੱਜ 5 ਐਂਬੂਲੈਂਸਾਂ ਜਿਹੜੀਆਂ ਇੱਥੇ ਦਿੱਤੀਆਂ ਨੇ, ਹਸਪੀਟਲ ਜਿਹੜਾ ਸਾਡਾ ਬਾਲਾ ਸਾਹਿਬ ਵਿਖੇ ਹੈਗਾ। ਔਰ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਸੁਣਿਆ ਕਿ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਕੰਮ ਕਰ ਰਹੀ ਹੈ, ਜਿਸ ਤਰੀਕੇ ਦੇ ਨਾਲ ਇਹ ਸੇਵਾਵਾਂ ਮੈਡੀਕਲ ਲਾਈਨਸ ਦੇ ਵਿੱਚ ਕਰ ਰਹੀ ਹੈ, MRIs ਔਰ ਬਾਲਾ ਸਾਹਿਬ ਦੇ ਵਿੱਚ ਜਿਹੜਾ ਡਾਇਲਿਸਿਸ ਦਾ ਹੋ ਰਿਹਾ, ਸੋ ਇਹਨੂੰ ਦੇਖਦੇ ਹੋਏ ਇਹਨਾਂ ਦੇ ਵਿੱਚ ਇਹ ਗੱਲ ਆ ਗਈ ਕਿ ਜਿਸ ਤਰੀਕੇ ਦੇ ਨਾਲ ਮਾਨਵਤਾ ਦੀ ਸੇਵਾ ਇਹ ਕਮੇਟੀ ਕਰ ਰਹੀ ਹੈ, ਅਸੀਂ ਇਹਨਾਂ ਦਾ ਸਹਿਯੋਗ ਕਰੀਏ। 5 ਐਂਬੂਲੈਂਸਿਸ ਅੱਜ ਇਹਨਾਂ ਨੇ ਸਾਨੂੰ ਦਿੱਤੀਆਂ ਨੇ, ਮੈਂ ਇਹਨਾਂ ਦਾ ਧੰਨਵਾਦ ਕਰਦਾ। ਔਰ ਜਿਸ ਤਰੀਕੇ ਦੇ ਨਾਲ ਵਿਸ਼ਵਾਸ ਇਹਨਾਂ ਲੋਕਾਂ ਨੇ ਕਮਿਊਨਿਟੀ ਦੇ ਉੱਪਰ ਰੱਖਿਆ, ਮੈਂ ਸਮਝਦਾ ਇੱਕ ਬਹੁਤ ਵੱਡੀ ਮਿਸਾਲ ਹੈ ਕਿ ਅੱਜ ਸਿੱਖ ਕਮਿਊਨਿਟੀ ਜਿਸ ਤਰੀਕੇ ਦੇ ਨਾਲ ਆਪਣੇ ਸੇਵਾ ਦੇ ਵਿੱਚ ਪ੍ਰਚਲਿਤ ਹੋ ਰਹੀ ਹੈ, ਜਿਸ ਤਰੀਕੇ ਦੇ ਨਾਲ ਸੇਵਾ ਕਰਕੇ ਦੁਨੀਆ ਦੇ ਵਿੱਚ ਨਾਮ ਹੋ ਰਿਹਾ। ਅੱਜ ਇਹੋ ਜਿਹੀਆਂ ਵੱਡੀਆਂ ਕੰਪਨੀ ਜਿਹਦੇ MD ਜੈਪਨੀਜ਼ ਲੋਕ ਨੇ, ਇਹ ਲੋਕਾਂ ਨੇ ਵਿਸ਼ਵਾਸ ਸਾਡੇ ਤੇ ਰੱਖਿਆ। ਮੈਂ ਸਮਝਦਾ ਕਿ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਹ ਕਮੇਟੀ ਕੰਮ ਕਰਦੀ ਰਹੇ, ਸੇਵਾ ਕਰਦੀ ਰਹੀ, ਇਹ ਗੁਰੂ ਚਰਨਾਂ 'ਚ ਅਰਦਾਸ। ਸੋ ਦੋਸਤੋ, ਅੱਜ ਅਸੀਂ ਦੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੜ੍ਹਦੀ ਕਲਾ ਤੇ ਸੂਰਬੀਰਤਾ ਦਾ ਪ੍ਰਤੀਕ ਹੋਲੇ ਮਹੱਲੇ ਦਾ ਪਵਿੱਤਰ ਦਿਹਾੜਾ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ। ਨਾਲ ਹੀ ਅਸੀਂ ਦੇਖਿਆ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਦੌਰਾਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਨਵੀਂ ਤਿਆਰ ਕੀਤੀ ਰਸੋਈ ਤੇ ਲੰਗਰ ਹਾਲ ਦਾ ਉਦਘਾਟਨ ਕੀਤਾ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਪ੍ਰੋਗਰਾਮ ਗੁੰਜਾ ਸਿੱਖ ਵਿਰਸਾ ਲੈ ਕੇ ਫਿਰ ਆਪ ਜੀ ਦੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਰ।